का दिन यहोवा ने बनाया है, हम इसमें आनंदित हो, आनंदित हो। आज का दिन यहोवा ने बनाया है, हम इसमें आनंदित हो, आनंदित हो। प्रभु को महिमा मिले, चाहे हो मेरा अपमान। प्रभु को महिमा मिले, चाहे हो मेरा अपमान। वो बढ़े मैं घटूं, रहे उसी का ध्यान। वो बढ़े मैं घटूं, रहे उसी का ध्यान। आज का दिन यहोवा ने बनाया है, हम इसमें आनंदित हो, आनंदित हो। आज का दिन यहोवा ने बनाया है, हम इसमें आनंदित हो, आनंदित हो, आनंदित हो, आनंदित हो, आनंदित हो। आनंदित हो। ए प्रभु, अपनी दया ਨੂੰ ਯਾਦ ਕਰ ਅਤੇ ਆਪਣੇ ਮਿਹਰ ਭਰੇ ਪਿਆਰ ਨੂੰ ਵੀ ਜੋ ਆਦਿ ਕਾਲ ਤੋਂ ਹੈ ਸਾਡੇ ਵੈਰੀਆਂ ਨੂੰ ਸਾਡੇ ਉੱਤੇ ਜੇਤੂ ਨਾ ਹੋਣ ਦੇ। ਐ ਇਸਰਾਇਲ ਦੇ ਖੁਦਾ, ਤੂੰ ਸਾਨੂੰ ਸਭ ਦੁੱਖਾਂ ਤੋਂ ਛੁਟਕਾਰਾ ਪ੍ਰਦਾਨ ਕਰ। ਬਾਪ ਅਤੇ ਬੇਟੇ ਅਤੇ ਰੂਹ ਪਾਕ ਦੇ ਨਾਮ ਉੱਤੇ ਆਮੀਨ। ਸਾਡੇ ਪ੍ਰਭੂ ਯਿਸੂ ਮਸੀਹ ਦਾ ਫਜ਼ਲ, ਖੁਦਾ ਬਾਪ ਦਾ ਪ੍ਰੇਮ ਤੇ ਰੂਹ ਪਾਕ ਦੀ ਸਾਂਝ ਤੁਹਾਡੇ ਨਾਲ ਹੋਵੇ ਅਤੇ ਤੁਹਾਡੀ ਰੂਹ ਨਾਲ ਵੀ ਹੋਵੇ। ਮਸੀਹ ਦੇ ਪਿਆਰੇ ਭੈਣੋ ਤੇ ਭਰਾਓ, ਅੱਜ ਅਸੀਂ ਅੰਜੀਲ ਵਿੱਚ ਸੁਣਾਂਗੇ ਪ੍ਰਭੂ ਯਿਸੂ ਉਹਨਾਂ ਲੋਕਾਂ ਨੂੰ ਕਹਿ ਰਿਹਾ ਹੈ ਕਿ ਇਹ ਲੋਕ ਇਹੋ ਜਿਹੀ ਪੀੜ੍ਹੀ ਦੇ ਲੋਕ ਹਨ ਜੋ ਹਮੇਸ਼ਾ ਚਮਤਕਾਰਾਂ ਅਤੇ ਨਿਸ਼ਾਨਾਂ ਦੀ ਮੰਗ ਕਰਦੇ ਰਹਿੰਦੇ ਹਨ। ਯਾਨੀ ਕਿ ਕਿਸੇ ਵੀ ਗੱਲ ਨੂੰ ਮੰਨਣ ਦੇ ਲਈ, ਉਸ ਉੱਤੇ ਵਿਸ਼ਵਾਸ ਕਰਨ ਲਈ ਹਮੇਸ਼ਾ ਚਮਤਕਾਰਾਂ ਦੀ ਲੋੜ ਰਹਿੰਦੀ ਹੈ। ਇਹੋ ਜਿਹੇ ਲੋਕਾਂ ਵਿੱਚ ਖੁਦਾ ਉੱਤੇ ਵਿਸ਼ਵਾਸ ਕਦੀ ਵੀ ਕਾਇਮ ਨਹੀਂ ਰਹਿ ਸਕਦਾ। ਜਿੰਨਾ ਚਿਰ ਉਹ ਚਮਤਕਾਰ ਵੇਖਦੇ ਹਨ, ਉਹਨਾਂ ਚਿਰ ਹੀ ਸ਼ਾਇਦ ਉਸ ਦਾ ਅਸਰ ਹੋਵੇਗਾ। ਪਰ ਜਦੋਂ ਉਹਨਾਂ ਦੇ ਜੀਵਨ ਵਿੱਚ ਚਮਤਕਾਰਾਂ ਦਾ ਹੋਣਾ ਬੰਦ ਹੋ ਜਾਂਦਾ ਹੈ ਤੇ ਫਿਰ ਉਹ ਖੁਦਾ ਕੋਲੋਂ ਦੂਰ ਹੋ ਜਾਂਦੇ ਹਨ। ਅੱਜ ਦੀ ਪਾਕ ਮਾਹ ਦੀ ਕੁਰਬਾਨੀ ਵਿੱਚ ਅਸੀਂ ਖੁਦਾ ਕੋਲੋਂ ਇੱਕ ਸੱਚੇ ਅਤੇ ਮਜ਼ਬੂਤ ਈਮਾਨ, ਮਜ਼ਬੂਤ ਵਿਸ਼ਵਾਸ ਦੀ ਮੰਗ ਕਰੀਏ ਕਿ ਪ੍ਰਭੂ ਤੁਹਾਡੇ ਵਿਸ਼ਵਾਸ ਨੂੰ ਮਜ਼ਬੂਤੀ ਪ੍ਰਦਾਨ ਕਰੇ। ਅਸੀਂ ਹਰ ਸਮੇਂ ਵਿੱਚ ਦੁੱਖਾਂ ਮੁਸੀਬਤਾਂ ਵਿੱਚ ਵੀ, ਹਰ ਤਰ੍ਹਾਂ ਦੇ ਵੇਲਿਆਂ ਵਿੱਚ ਹਮੇਸ਼ਾ ਖੁਦਾ ਦੇ ਪ੍ਰਤੀ ਵਫਾਦਾਰ ਰਹੀਏ। ਆਓ ਇਸ ਪਾਕ ਮਾਹ ਦੀ ਕੁਰਬਾਨੀ ਨੂੰ ਯੋਗ ਢੰਗ ਨਾਲ ਮਨਾਉਣ ਲਈ ਆਪਣੇ ਗੁਨਾਹ ਗਲਤੀਆਂ ਯਾਦ ਕਰਦੇ ਹੋਏ ਸੱਚੇ ਨਾਲ ਪਛਤਾਵਾ ਕਰੀਏ, ਪ੍ਰਭੂ ਕੋਲ ਮਾਫੀ ਮੰਗੀਏ ਅਤੇ ਰਲ ਕੇ ਆਖੀਏ, ਮੈਂ ਇਕਬਾਲ ਕਰਦਾ ਹਾਂ ਪੂਰੀ ਕੁਦਰਤ ਵਾਲੇ ਖੁਦਾ ਅਤੇ ਤੁਹਾਡੇ ਅੱਗੇ ਐ ਭਰਾਓ ਤੇ ਭੈਣੋ ਕਿ ਮੈਂ ਸੋਚਣ ਨਾਲ, ਬੋਲਣ ਨਾਲ, ਕਰਨ ਨਾਲ ਅਤੇ ਅਣਗਹਿਲੀ ਨਾਲ ਬਹੁਤ ਗੁਨਾਹ ਕੀਤੇ। ਆਪਣੇ ਦੋਸ਼ ਦੇ ਨਾਲ, ਆਪਣੇ ਹੀ ਦੋਸ਼ ਦੇ ਨਾਲ, ਆਪਣੇ ਬਹੁਤ ਵੱਡੇ ਦੋਸ਼ ਦੇ ਨਾਲ। ਇਸ ਲਈ ਮੈਂ ਧੰਨ ਸਦਾ ਕੁਆਰੀ ਮਰੀਅਮ, ਸਾਰਿਆਂ ਫਰਿਸ਼ਤਿਆਂ ਅਤੇ ਸੰਤਾਂ ਅਤੇ ਤੁਹਾਡੇ ਅੱਗੇ ਐ ਭਰਾਓ ਤੇ ਭੈਣੋ ਮੈਂ ਬੇਨਤੀ ਕਰਦਾ ਹਾਂ ਕਿ ਮੇਰੇ ਲਈ
ਪ੍ਰਭੂ ਖੁਦਾ ਦੇ ਅੱਗੇ ਪ੍ਰਾਰਥਨਾ ਕਰੋ। ਪੂਰੇ ਕੁਦਰਤ ਵਾਲਾ ਖੁਦਾ ਸਾਡੇ ਉੱਤੇ ਦਇਆ ਕਰੇ ਅਤੇ ਸਾਡੇ ਗੁਨਾਹਾਂ ਨੂੰ ਮਾਫ ਕਰਕੇ ਸਾਨੂੰ ਸਤੀਵੀ ਜੀਵਨ ਤੱਕ ਪਹੁੰਚਾਵੇ। ਆਮੀਨ। ਐ ਪ੍ਰਭੂ ਦਇਆ ਕਰ, ਐ ਪ੍ਰਭੂ ਦਇਆ ਕਰ, ਐ ਮਸੀਹਾ ਦਇਆ ਕਰ, ਐ ਮਸੀਹਾ ਦਇਆ ਕਰ, ਐ ਪ੍ਰਭੂ ਦਇਆ ਕਰ। ਐ ਪ੍ਰਭੂ ਦਇਆ ਕਰ। ਅਸੀਂ ਪ੍ਰਾਰਥਨਾ ਕਰੀਏ। ਐ ਪ੍ਰਭੂ ਆਪਣੇ ਲੋਕਾਂ ਦੀ ਭਗਤੀ ਵੱਲ ਮਿਹਰ ਨਾਲ ਵੇਖ, ਬਖਸ਼ ਦੇ ਕਿ ਆਤਮ ਤਿਆਗ ਦੇ ਰਾਹੀਂ ਆਪਣੇ ਜਿਸਮ ਉੱਤੇ ਕਾਬੂ ਪਾਉਂਦੇ ਹੋਏ ਉਹ ਨੇਕ ਕੰਮਾਂ ਦੇ ਫਲ ਦੇ ਰਾਹੀਂ ਮਨ ਵਿੱਚ ਨਵੇਂ ਕੀਤੇ ਜਾਣ। ਸਾਡੇ ਪ੍ਰਭੂ ਯਿਸੂ ਮਸੀਹ ਤੇਰੇ ਬੇਟੇ ਦੇ ਰਾਹੀਂ ਜੋ ਤੇਰੇ ਨਾਲ ਰੂਹ ਪਾਕ ਦੀ ਏਕਤਾ ਵਿੱਚ ਇੱਕ ਖੁਦਾ ਜਿਉਂਦਾ ਤੇ ਰਾਜ ਕਰਦਾ ਹੈ ਸਦਾ ਤੋਂ ਸਦਾ ਤੀਕਰ। ਆਮੀਨ। ਪ੍ਰਭੂ ਤੁਹਾਡੇ ਦਿਲ ਵਿੱਚ ਅਤੇ ਜ਼ੁਬਾਨ ਤੇ ਹੋਵੇ ਤਾਂ ਯੋਗਤਾ ਨਾਲ ਤੁਸੀਂ ਖੁਦਾ ਦਾ ਵਚਨ ਸੁਣਾ ਸਕੋ। ਬਾਪ ਅਤੇ ਬੇਟੇ ਤੇ ਰੂਹ ਪਾਕ ਦੇ ਨਾਮ ਉੱਤੇ ਆਮੀਨ। ਪਾਠ ਪਹਿਲਾ ਯੋਨਾ ਨਬੀ ਦਾ ਗ੍ਰੰਥ, ਉਸ ਦਾ 3 ਬਾਬ 1 ਤੋਂ 10 ਆਇਤ ਤੱਕ। ਤਦ ਪ੍ਰਭੂ ਦੀ ਬਾਣੀ ਯੋਨਾ ਕੋਲ ਦੂਸਰੀ ਵਾਰ ਪਹੁੰਚੀ। ਇਸ ਵਾਰ ਉਸ ਨੂੰ ਉਸ ਬਾਣੀ ਅਨੁਸਾਰ ਇਹ ਦੈਵੀ ਸੰਦੇਸ਼ ਮਿਲਿਆ, ਉੱਠ ਅਤੇ ਆਪਣੇ ਵੱਡੇ ਨਗਰ ਨਿਨਵੇ ਨੂੰ ਜਾ ਅਤੇ ਉਸ ਦੇ ਨਿਵਾਸੀਆਂ ਨੂੰ ਉਹ ਸੰਦੇਸ਼ ਦੇ ਜੋ ਮੈਂ ਤੈਨੂੰ ਪਹਿਲਾਂ ਦਿੱਤਾ ਸੀ। ਯੋਨਾ ਪ੍ਰਭੂ ਦੀ ਬਾਣੀ ਅਨੁਸਾਰ ਉੱਠਿਆ ਅਤੇ ਨਿਨਵੇ ਨਗਰ ਨੂੰ ਗਿਆ। ਨਿਨਵੇ ਨਗਰ ਇੰਨਾ ਵੱਡਾ ਸੀ ਕਿ ਇਸ ਦੇ ਇੱਕ ਸਿਰੇ ਤੋਂ ਦੂਜੇ ਸਿਰੇ ਤੱਕ ਜਾਣ ਵਿੱਚ ਪੂਰੇ 3 ਦਿਨ ਲੱਗਦੇ ਸਨ। ਇਸ ਲਈ ਯੋਨਾ ਨੇ ਨਗਰ ਵਿੱਚ ਦਾ ਸਫ਼ਰ ਸ਼ੁਰੂ ਕੀਤਾ। ਉਸ ਨੇ ਦਿਨ ਭਰ ਦੇ ਸਫ਼ਰ ਪਿੱਛੋਂ ਨਗਰ ਨਿਵਾਸੀਆਂ ਨੂੰ ਇਸ ਤਰ੍ਹਾਂ ਪੁਕਾਰ ਕੇ ਕਿਹਾ, ਕੇਵਲ 40 ਦਿਨ ਰਹਿ ਗਏ ਹਨ, ਫਿਰ ਨਿਨਵੇ ਨਗਰ ਤਬਾਹ ਕਰ ਦਿੱਤਾ ਜਾਵੇਗਾ। ਇਹ ਸੁਣ ਕੇ ਨਿਨਵੇ ਨਿਵਾਸੀਆਂ ਨੇ ਪਰਮੇਸ਼ਵਰ ਤੇ ਵਿਸ਼ਵਾਸ ਕੀਤਾ ਅਤੇ ਉਹਨਾਂ ਸਭ ਨੇ ਮਿਲ ਕੇ ਵਰਤ ਰੱਖਣ ਦਾ ਫੈਸਲਾ ਕੀਤਾ। ਇੱਥੋਂ ਤੱਕ ਕਿ ਹਰ ਮਨੁੱਖ ਵੱਡੇ ਤੋਂ ਲੈ ਕੇ ਛੋਟੇ ਤੱਕ ਨੇ ਟਾਟ ਪਹਿਨ ਲਿਆ ਕਿ ਇਹ ਪ੍ਰਗਟ ਹੋਵੇ ਕਿ ਉਹਨਾਂ ਨੇ ਆਪਣੀ ਬੁਰਾਈ ਨੂੰ ਛੱਡ ਦਿੱਤਾ ਹੈ। ਨਿਨਵੇ ਦੇ ਰਾਜਾ ਕੋਲ ਜਦੋਂ ਇਸ ਸਭ ਦਾ ਸਮਾਚਾਰ ਪਹੁੰਚਿਆ ਤਾਂ ਉਹ ਵੀ ਆਪਣੇ ਤਖਤ ਤੋਂ ਉੱਠਿਆ ਅਤੇ ਆਪਣੀ ਸ਼ਾਹੀ ਪੋਸ਼ਾਕ ਉਤਾਰ ਕੇ ਟਾਟ ਉਸਨੇ ਪਹਿਨ ਲਿਆ ਅਤੇ ਸਭਾ ਵਿੱਚ ਬੈਠ ਗਿਆ। ਉਸਨੇ ਇਹ ਕਹਿ ਕੇ ਢਿੰਡੋਰਾ ਪਿਟਵਾਇਆ, ਇਹ ਰਾਜਾ ਅਤੇ ਉਸ ਦੇ ਸ਼ਾਹੀ ਅਧਿਕਾਰੀਆਂ ਦਾ ਹੁਕਮ ਹੈ ਕਿ ਕੋਈ ਮਨੁੱਖ ਵੀ ਕਿਸੇ ਚੀਜ਼ ਦਾ ਸਵਾਦ ਤੱਕ ਨਾ ਚੱਖੇ, ਇੱਥੋਂ ਤੱਕ ਕਿ ਕਿਸੇ ਪਸ਼ੂ ਜਾਂ ਬਲਦ ਜਾਂ ਭੇਡ ਤੱਕ ਨੂੰ ਚਾਰਾ ਨਾ ਪਾਇਆ ਜਾਵੇ ਅਤੇ ਨਾ ਹੀ ਪਾਣੀ ਪਿਲਾਇਆ ਜਾਵੇ। ਹਰ ਮਨੁੱਖ ਅਤੇ ਪਸ਼ੂ ਟਾਟ ਪਹਿਨੇ ਸਭ ਮਿਲ ਕੇ ਪਰਮੇਸ਼ਵਰ ਅੱਗੇ ਪੂਰੇ ਜ਼ੋਰ ਨਾਲ ਪ੍ਰਾਰਥਨਾ ਕਰਨ। ਹਰ ਕੋਈ ਆਪਣੇ ਬੁਰੇ ਕੰਮ ਵੱਲੋਂ ਮੂੰਹ ਮੋੜੇ ਅਤੇ ਹਰ ਤਰ੍ਹਾਂ ਦੇ ਹਿੰਸਾ ਤੋਂ ਆਪਣਾ ਹੱਥ ਰੋਕੇ। ਹੋ ਸਕਦਾ ਹੈ ਕਿ ਪਰਮੇਸ਼ਵਰ ਆਪਣਾ ਫੈਸਲਾ ਬਦਲ ਦੇਵੇ ਅਤੇ ਆਪਣੇ ਭੜਕੇ ਗੁੱਸੇ ਨੂੰ ਖਤਮ ਕਰ ਦੇਵੇ ਕਿ ਅਸੀਂ ਨਾਸ਼ ਹੋਣ ਤੋਂ ਬਚ ਜਾਈਏ। ਜਦੋਂ ਪਰਮੇਸ਼ਵਰ ਨੇ ਇਹ ਸਭ ਕੁਝ ਹੁੰਦਿਆਂ ਦੇਖਿਆ ਕਿ ਉਹਨਾਂ ਨੇ ਆਪਣੇ ਬੁਰੇ ਕੰਮ ਛੱਡ ਦਿੱਤੇ ਹਨ, ਇਸ ਲਈ ਉਸਨੇ ਵੀ ਆਪਣਾ ਫੈਸਲਾ ਬਦਲ ਦਿੱਤਾ ਅਤੇ ਉਹਨਾਂ ਨਾਲ ਉਹ ਬੁਰਾ ਵਰਤਾਓ ਨਾ ਕੀਤਾ ਜਿਸ ਦੇ ਕਰਨ ਲਈ ਉਸਨੇ ਫੈਸਲਾ ਕੀਤਾ ਸੀ। ਇਹ ਪ੍ਰਭੂ ਦੀ ਬਾਣੀ ਹੈ। ਖੁਦਾ ਦਾ ਸ਼ੁਕਰ ਹੋਵੇ। ਜ਼ਬੂਰ ਅਨੁਵਚਨ। ਐ ਖੁਦਾ, ਤੂੰ ਟੁੱਟੇ ਅਤੇ ਦੀਨ ਮਨ ਵੱਲੋਂ ਮੂੰਹ ਨਹੀਂ ਮੋੜਦਾ। ਐ ਖੁਦਾ, ਤੂੰ ਟੁੱਟੇ ਅਤੇ ਦੀਨ ਮਨ ਵੱਲੋਂ ਮੂੰਹ ਨਹੀਂ ਮੋੜਦਾ। ਐ ਖੁਦਾ,
ਆਪਣੀ ਕਿਰਪਾ ਦੇ ਅਨੁਸਾਰ ਮੇਰੇ ਉੱਤੇ ਦਇਆ ਕਰ। ਆਪਣੀਆਂ ਰਹਿਮਤਾਂ ਦੇ ਅਨੁਸਾਰ ਮੇਰੇ ਅਪਰਾਧ ਮਿਟਾ ਦੇ। ਮੇਰੀ ਬਦੀ ਤੋਂ ਮੈਨੂੰ ਚੰਗੀ ਤਰ੍ਹਾਂ ਧੋ ਅਤੇ ਮੇਰੇ ਪਾਪ ਤੋਂ ਮੈਨੂੰ ਸ਼ੁੱਧ ਕਰ। ਅਨੁਵਚਨ। ਐ ਖੁਦਾ, ਤੂੰ ਟੁੱਟੇ ਅਤੇ ਦੀਨ ਮਨ ਵੱਲੋਂ ਮੂੰਹ ਨਹੀਂ ਮੋੜਦਾ। ਐ ਖੁਦਾ, ਤੂੰ ਮੇਰੇ ਅੰਦਰ ਸ਼ੁੱਧ ਮਨ ਪੈਦਾ ਕਰ। ਨਵੀਂ ਅਤੇ ਮਜ਼ਬੂਤ ਆਤਮਾ ਮੇਰੇ ਅੰਦਰ ਪਾ। ਤੂੰ ਮੈਨੂੰ ਆਪਣੇ ਸਾਹਮਣਿਓਂ ਦੂਰ ਨਾ ਕਰ ਅਤੇ ਨਾ ਮੇਰੇ ਕੋਲੋਂ ਆਪਣੀ ਪਵਿੱਤਰ ਆਤਮਾ ਨੂੰ ਲੈ। ਅਨੁਵਚਨ। ਐ ਖੁਦਾ, ਤੂੰ ਟੁੱਟੇ ਅਤੇ ਦੀਨ ਮਨ ਵੱਲੋਂ ਮੂੰਹ ਨਹੀਂ ਮੋੜਦਾ। ਤੂੰ ਤਾਂ ਬਲੀਦਾਨ ਨਾਲ ਪ੍ਰਸੰਨ ਨਹੀਂ ਹੁੰਦਾ, ਨਹੀਂ ਤਾਂ ਮੈਂ ਉਹ ਦਿੰਦਾ। ਹੋਮ ਬਲੀ ਤੋਂ ਤੂੰ ਖੁਸ਼ ਨਹੀਂ ਹੁੰਦਾ। ਖੁਦਾ ਦਾ ਬਲੀਦਾਨ ਟੁੱਟਾ ਹੋਇਆ ਆਤਮਾ ਹੈ। ਐ ਖੁਦਾ, ਤੂੰ ਟੁੱਟੇ ਅਤੇ ਦੀਨ ਮਨ ਵੱਲੋਂ ਮੂੰਹ ਨਹੀਂ ਮੋੜਦਾ। ਅਨੁਵਚਨ। ਐ ਖੁਦਾ, ਤੂੰ ਟੁੱਟੇ ਅਤੇ ਦੀਨ ਮਨ ਵੱਲੋਂ ਮੂੰਹ ਨਹੀਂ ਮੋੜਦਾ। ਜੈਕਾਰਾ। ਐ ਮਸੀਹਾ, ਤੇਰੀ ਵਡਿਆਈ ਅਤੇ ਉਸਤਤ ਹੋਵੇ। ਐ ਮਸੀਹਾ, ਤੇਰੀ ਵਡਿਆਈ ਅਤੇ ਉਸਤਤ ਹੋਵੇ। ਪ੍ਰਭੂ ਕਹਿੰਦਾ ਹੈ, ਤੁਸੀਂ ਇਸ ਸਮੇਂ ਵੀ ਸੱਚੇ ਦਿਲ ਨਾਲ ਮੇਰੇ ਕੋਲ ਵਾਪਸ ਆ ਸਕਦੇ ਹੋ, ਕਿਉਂਕਿ ਮੈਂ ਦਿਆਲੂ ਅਤੇ ਕਿਰਪਾਲੂ ਹਾਂ। ਅਨੁਵਚਨ। ਐ ਮਸੀਹਾ, ਤੇਰੀ ਵਡਿਆਈ ਅਤੇ ਉਸਤਤ ਹੋਵੇ। ਪ੍ਰਭੂ ਤੁਹਾਡੇ ਨਾਲ ਹੋਵੇ ਅਤੇ ਤੁਹਾਡੀ ਰੂਹ ਨਾਲ ਵੀ ਹੋਵੇ। ਪਾਵਨ ਪਵਿੱਤਰ ਅੰਜੀਲ ਦਾ ਸਨ ਲੂਕਾ ਦੇ ਅਨੁਸਾਰ। ਤੇਰੀ ਵਡਿਆਈ ਹੋਵੇ ਐ ਪ੍ਰਭੂ। ਉਸ ਦਾ 11 ਅਧਿਆਇ 29 ਤੋਂ 32 ਆਇਤ। ਜਦੋਂ ਭੀੜ ਵੱਧਦੀ ਜਾ ਰਹੀ ਸੀ ਤਾਂ ਉਹ ਕਹਿਣ ਲੱਗਾ, ਇਹ ਪੀੜ੍ਹੀ ਇੱਕ ਦੁਸ਼ਟ ਪੀੜ੍ਹੀ ਹੈ। ਇਹ ਨਿਸ਼ਾਨ ਮੰਗਦੀ ਹੈ, ਪਰ ਇਸ ਦੇ ਲਈ ਕੋਈ ਹੋਰ ਨਿਸ਼ਾਨ ਦਿੱਤਾ ਨਹੀਂ ਜਾਵੇਗਾ ਸਿਵਾਏ ਨਬੀ ਯੋਨਾ ਦੇ ਨਿਸ਼ਾਨ ਦੇ। ਕਿਉਂਕਿ ਜਿਸ ਤਰ੍ਹਾਂ ਯੋਨਾ 99 ਦੇ ਲੋਕਾਂ ਦੇ ਲਈ ਇੱਕ ਨਿਸ਼ਾਨ ਬਣਿਆ ਸੀ, ਉਸੇ ਤਰ੍ਹਾਂ ਮਨੁੱਖ ਦਾ ਪੁੱਤਰ ਇਸ ਪੀੜ੍ਹੀ ਦੇ ਲਈ ਨਿਸ਼ਾਨ ਹੋਵੇਗਾ। ਨਿਆਂ ਦੇ ਦਿਨ ਦੱਖਣ ਦੀ ਰਾਣੀ ਇਸ ਪੀੜ੍ਹੀ ਦੇ ਲੋਕਾਂ ਨਾਲ ਜੀ ਉੱਠੇਗੀ ਅਤੇ ਇਹਨਾਂ ਨੂੰ ਦੋਸ਼ੀ ਠਹਿਰਾਵੇਗੀ, ਕਿਉਂਕਿ ਉਹ ਸੁਲੇਮਾਨ ਦਾ ਗਿਆਨ ਸੁਣਨ ਲਈ ਧਰਤੀ ਦੀਆਂ ਹੱਦਾਂ ਤੋਂ ਆਈ। ਅਤੇ ਵੇਖੋ, ਇੱਥੇ ਉਹ ਹੈ ਜੋ ਸੁਲੇਮਾਨ ਤੋਂ ਵੀ ਵਧੇਰੇ ਮਹਾਨ ਹੈ। ਨਿਆਂ ਦੇ ਦਿਨ 99 ਦੇ ਲੋਕ ਇਸ ਪੀੜ੍ਹੀ ਦੇ ਲੋਕਾਂ ਨਾਲ ਜੀ ਉੱਠਣਗੇ ਅਤੇ ਇਸ ਨੂੰ ਦੋਸ਼ੀ ਠਹਿਰਾਉਣਗੇ, ਕਿਉਂਕਿ ਉਹਨਾਂ ਯੂਨਾ ਦਾ ਉਪਦੇਸ਼ ਸੁਣ ਕੇ ਪਛਤਾਵਾ ਕੀਤਾ। ਅਤੇ ਵੇਖੋ, ਇੱਥੇ ਉਹ ਹੈ ਜੋ ਯੂਨਾ ਤੋਂ ਵੀ ਮਹਾਨ ਹੈ। ਪ੍ਰਭੂ ਦੀ ਪਾਕ ਅੰਜੀਲ। ਤੇਰੀ ਮਹਿਮਾ ਹੋਵੇ ਐ ਮਸੀਹਾ। ਮਸੀਹੀ ਪਿਆਰੇ ਭੈਣੋ ਤੇ ਭਰਾਓ, ਆਓ ਅਸੀਂ ਆਪਣੇ ਆਪ ਦੇ ਵੱਲ ਧਿਆਨ ਦਈਏ। ਅਸੀਂ ਕਿਸ ਤਰ੍ਹਾਂ ਦੇ ਲੋਕ ਹਾਂ? ਕਿ ਅਸੀਂ ਇਸ ਤਰ੍ਹਾਂ ਦੇ ਲੋਕ ਹਾਂ ਜੋ ਬਾਰ-ਬਾਰ ਨਿਸ਼ਾਨਾਂ ਅਤੇ ਚਮਤਕਾਰਾਂ ਦੀ ਭਾਲ ਵਿੱਚ ਰਹਿੰਦੇ ਹਾਂ? ਜੇਕਰ ਅਸੀਂ ਉਸ ਤਰ੍ਹਾਂ ਦੇ ਹਾਂ ਤਾਂ ਅੱਜ ਦਾ ਇਹ ਵਚਨ ਸਾਡੇ ਉੱਤੇ ਪੂਰੀ ਤਰ੍ਹਾਂ ਢੁਕਦਾ ਹੈ, ਯਾਨੀ ਕਿ ਅਸੀਂ ਵੀ ਦੁਸ਼ਟ ਪੀੜ੍ਹੀ ਦੇ ਲੋਕ ਹਾਂ। ਜਦੋਂ ਇਸ ਤਰ੍ਹਾਂ ਅਸੀਂ ਨਿਸ਼ਾਨਾਂ ਤੇ ਚਮਤਕਾਰਾਂ ਦੀ ਮੰਗ ਬਾਰ-ਬਾਰ ਕਰਦੇ ਹਾਂ ਤਾਂ ਅਸੀਂ ਖੁਦਾ ਦੇ ਵਚਨ ਦੇ ਖਿਲਾਫ ਜਾਂਦੇ ਹਾਂ। ਵਚਨ ਆਪਾਂ ਪੜ੍ਹਦੇ ਹਾਂ ਵਿਵਸਥਾ ਸਾਧ ਦੀ ਪੁਸਤਕ ਵਿੱਚੋਂ 6 ਅਧਿਆਇ ਦੀ 16 ਹੈ। ਤੂੰ ਪ੍ਰਭੂ ਆਪਣੇ ਪਰਮੇਸ਼ਰ ਨੂੰ ਕਦੀ ਵੀ ਪਰਖਣਾ ਨਹੀਂ। ਯਾਨੀ ਕਿ ਜਦੋਂ ਅਸੀਂ ਇਸ ਤਰ੍ਹਾਂ ਆਪਾਂ ਨਿਸ਼ਾਨਾਂ ਚਮਤਕਾਰਾਂ ਦੀ ਮੰਗ ਕਰਦੇ ਹਾਂ, ਇੱਕ ਤਰੀਕੇ ਨਾਲ ਅਸੀਂ ਖੁਦਾ ਦੀ ਪਰਖ ਕਰਦੇ ਹਾਂ, ਉਸ ਨੂੰ ਪਰਖਦੇ ਹਾਂ ਕਿ ਖੁਦਾ ਹੈ ਜਾਂ ਨਹੀਂ। ਜੋ ਸਾਡਾ ਈਮਾਨ ਹੈ ਉਹ ਸੱਚਾ ਈਮਾਨ ਹੈ ਜਾਂ ਨਹੀਂ। ਜਿਸ ਉੱਤੇ ਅਸੀਂ ਈਮਾਨ ਰੱਖਦੇ ਹਾਂ ਉਹ ਸੱਚਾ ਖੁਦਾ ਹੈ ਜਾਂ ਨਹੀਂ, ਕਿ ਉਹ ਇਸ ਤਰ੍ਹਾਂ ਕਰ ਸਕਦਾ ਹੈ ਜਾਂ ਨਹੀਂ। ਅਸੀਂ ਇਸ ਤਰੀਕੇ ਨਾਲ ਆਪਣੇ ਆਪ ਨੂੰ ਵੀ ਦੁਸ਼ਟ ਪੀੜ੍ਹੀ ਦੇ ਲੋਕਾਂ ਵਿੱਚ ਸ਼ਾਮਲ ਕਰਦੇ ਹਾਂ। ਅਸੀਂ 99 ਦੇ ਲੋਕਾਂ ਵੱਲ ਧਿਆਨ ਦੇਈਏ, ਉਹਨਾਂ ਨੂੰ ਕੋਈ ਚਮਤਕਾਰ ਨਹੀਂ ਮਿਲਿਆ। ਯੋਨਾ ਨਬੀ ਨੇ ਸਿਰਫ
ਖੁਦਾ ਦਾ ਵਚਨ ਉਹਨਾਂ ਵਿੱਚ ਸੁਣਾਇਆ ਅਤੇ ਉਹਨੇ ਖੁਦਾ ਦਾ ਵਚਨ ਸੁਣ ਕੇ ਆਪਣੇ ਆਪ ਉੱਤੇ ਧਿਆਨ ਲਾਇਆ, ਆਪਣੇ ਬੁਰੇ ਕੰਮਾਂ 'ਤੇ ਧਿਆਨ ਕੀਤਾ, ਮਨ ਵਿੱਚ ਪਛਤਾਵਾ ਪੈਦਾ ਹੋਇਆ। ਖੁਦਾ ਤੋਂ ਮਾਫੀ ਮੰਗਣ ਲਈ ਸਾਰੇ ਮਿਲ ਕੇ ਸਾਰੇ ਤਿਆਰ ਹੁੰਦੇ ਆ ਅਤੇ ਵਰਤ ਰੱਖਦੇ ਹੋਏ, ਰੋਜ਼ਾ ਰੱਖਦੇ ਹੋਏ, ਪ੍ਰਾਰਥਨਾ ਕਰਦੇ ਹੋਏ, ਸਵਾਹ ਵਿੱਚ ਬਹਿੰਦੇ ਹੋਏ, ਇਸ ਤਰੀਕੇ ਨਾਲ ਤਪੱਸਿਆ ਕਰਦੇ ਹੋਏ ਪ੍ਰਭੂ ਕੋਲ ਮਾਫੀ ਦੀ ਮੰਗ ਕਰਦੇ ਆ। ਇਸ ਤਰੀਕੇ ਨਾਲ ਉਹ ਵਾਪਸ ਖੁਦਾ ਦੇ ਨਾਲ ਜੁੜ ਜਾਂਦੇ ਆ। ਖੁਦਾ ਵੀ ਉਹਨਾਂ 'ਤੇ ਦਇਆ ਕਰਦਾ ਹੈ ਅਤੇ ਜੋ ਸਜ਼ਾ ਉਸਨੇ ਭੇਜਣੀ ਹੁੰਦੀ ਹੈ ਉਸ ਸਜ਼ਾ ਨੂੰ ਪ੍ਰਭੂ ਟਾਲ ਦਿੰਦਾ ਹੈ। ਸਾਨੂੰ ਇਸ ਤਰ੍ਹਾਂ ਕਰਨ ਦੀ ਲੋੜ ਹੈ, ਚਮਤਕਾਰਾਂ ਦੀ ਲੋੜ ਨਹੀਂ, ਸਾਨੂੰ ਖੁਦਾ ਦੇ ਵਚਨ ਦੀ ਲੋੜ ਹੈ ਅਤੇ ਇਸ ਵਚਨ ਨੂੰ ਸੁਣ ਕੇ ਇਸ ਨੂੰ ਸਮਝਣ ਦੀ ਲੋੜ ਹੈ ਕਿ ਵਚਨ ਸਾਡੇ ਤੋਂ ਕੀ ਮੰਗ ਕਰਦਾ ਹੈ। ਜੇਕਰ ਅਸੀਂ ਵਚਨ ਅਨੁਸਾਰ ਚੱਲਦੇ ਹਾਂ ਫਿਰ ਅਸੀਂ ਵਿਸ਼ਵਾਸੀ ਅਤੇ ਧਰਮੀ ਲੋਕ ਕਹਾਵਾਂਗੇ। ਉੱਥੇ ਸਾਨੂੰ ਕਿਸੇ ਚਮਤਕਾਰ ਦੀ ਲੋੜ ਨਹੀਂ ਪਏਗੀ, ਕਿਸੇ ਨਿਸ਼ਾਨ ਦੀ ਲੋੜ ਨਹੀਂ ਪਏਗੀ। ਸਾਨੂੰ ਵਿਸ਼ਵਾਸੀ ਬਣਨ ਦੀ ਲੋੜ ਹੈ, ਸਾਨੂੰ ਧਰਮੀ ਬਣਨ ਦੀ ਲੋੜ ਹੈ, ਖੁਦਾ ਦੇ ਵਚਨ ਨੂੰ ਮੰਨਣ ਤੇ ਉਸ ਦੇ ਅਨੁਸਾਰ ਚੱਲਣ ਦੀ ਲੋੜ ਹੈ। ਆਓ ਅਸੀਂ ਪ੍ਰਾਰਥਨਾ ਕਰੀਏ। ਸਰਵਸ਼ਕਤੀਮਾਨ ਪਿਤਾ ਪਰਮੇਸ਼ਰ, ਅਸੀਂ ਤੁਹਾਡੀ ਮਹਿਮਾ ਤੇ ਧੰਨਵਾਦ ਕਰਦੇ ਹਾਂ, ਵਡਿਆਈ ਕਰਦੇ ਹਾਂ ਇਸ ਦਿਨ ਦੇ ਲਈ, ਸਾਡੇ ਸਾਰਿਆਂ ਦੇ ਲਈ ਧੰਨਵਾਦ ਕਰਦੇ ਹਾਂ ਜੋ ਵਚਨ ਅੱਜ ਅਸੀਂ ਸੁਣਿਆ ਹੈ। ਐ ਪ੍ਰਭੂ, ਇਹ ਵਚਨ ਸਾਡੇ ਵਿੱਚ ਕਾਰਜਸ਼ੀਲ ਹੋਵੇ, ਸਾਡਾ ਈਮਾਨ ਮਜ਼ਬੂਤ ਬਣੇ। ਐ ਪ੍ਰਭੂ, ਸਮ ਚਮਤਕਾਰਾਂ ਦੀ ਨਹੀਂ ਸਗੋਂ ਤੁਹਾਡੇ ਵਚਨ ਦੀ ਲੋੜ ਹੈ। ਇਸ ਵਚਨ ਦੇ ਰਾਹੀਂ ਹਰ ਦਿਨ ਸਾਡਾ ਮਾਰਗਦਰਸ਼ਨ ਅਤੇ ਅਗਵਾਈ ਕਰ। ਅਸੀਂ ਇਹ ਮੰਗਦੇ ਹਾਂ ਸਾਡੇ ਪ੍ਰਭੂ ਯਿਸੂ ਮਸੀਹ ਦੇ ਰਾਹੀਂ, ਆਮੀਨ। ਖੁਦਾਵੰਦਾ ਸਾਡੀ ਸੁਣ ਦੁਆ, ਸਾਡਾ ਕਰ ਕਬੂਲ ਚੜਾਵਾ। ਏ ਖੁਦਾਵੰਦਾ ਸਾਡੀ ਸੁਣ ਦੁਆ, ਸਾਡਾ ਕਰ ਕਬੂਲ ਚੜਾਵਾ। सच्चा ते जिंदा तो एक खुदा है, मालिक मालिक हर शै दा है। सच्चा ते जिंदा तो एक खुदा है, मालिक मालिक हर शै दा है, हर शै दा है। ए खुदावंदा साडी सुन दुआ, साडा कर कबूल चढ़ा। ए खुदावंदा साडी सुन दुआ, साडा कर कबूल चढ़ा, साडा कर कबूल चढ़ा, साडा कर कबूल चढ़ा। ਭਰਾਓ ਤੇ ਭੈਣੋ, ਪ੍ਰਾਰਥਨਾ ਕਰੋ ਕਿ ਮੇਰੀ ਅਤੇ ਤੁਹਾਡੀ ਇਹ ਕੁਰਬਾਨੀ ਪੂਰੀ ਕੁਦਰਤ ਵਾਲੇ ਖੁਦਾ ਬਾਪ ਨੂੰ ਕਬੂਲ ਹੋਵੇ। ਪ੍ਰਭੂ ਇਸ ਕੁਰਬਾਨੀ ਨੂੰ ਤੁਹਾਡੇ ਹੱਥਾਂ ਦੇ ਵਿੱਚੋਂ ਆਪਣੇ ਨਾਮ ਦੀ ਉਸਤਤ ਅਤੇ ਵਡਿਆਈ ਲਈ ਅਤੇ ਸਾਡੇ ਤੇ ਸਾਰੀ ਪਾਕ ਕਲੀਸਿਆ ਦੇ ਭਲੇ ਲਈ ਕਬੂਲ ਕਰੇ। ਐ ਪ੍ਰਭੂ, ਤੇਰੇ ਨਾਮ ਦੇ ਪ੍ਰਤੀ ਸਮਰਪਣ ਕੀਤੇ ਜਾਣ ਲਈ ਜੋ ਕੁਝ ਤੂੰ ਸਾਨੂੰ ਦਿੱਤਾ ਹੈ ਉਹ ਅਸੀਂ ਤੈਨੂੰ ਚੜਾਉਂਦੇ ਹਾਂ। ਜਿਵੇਂ ਤੂੰ ਸਾਡੇ ਲਾਭ ਲਈ ਇਹਨਾਂ ਨਜ਼ਾਰਿਆਂ ਨੂੰ ਇੱਕ ਸਾਕਰਾਮੈਂਟ ਬਣਾਉਂਦਾ ਹੈ, ਉਸੇ ਤਰ੍ਹਾਂ ਉਹਨਾਂ ਨੂੰ ਸਾਡੇ ਲਈ ਇੱਕ ਸਦੀਵੀ ਇਲਾਜ ਬਣਾ ਦੇ। ਸਾਡੇ ਪ੍ਰਭੂ ਯਿਸੂ ਮਸੀਹ ਦੇ ਰਾਹੀਂ, ਆਮੀਨ। ਪ੍ਰਭੂ ਤੁਹਾਡੇ ਨਾਲ ਹੋਵੇ।
ਅਤੇ ਤੁਹਾਡੀ ਰੂਹ ਨਾਲ ਵੀ ਹੋਵੇ। ਤੁਸੀਂ ਆਪਣੇ ਦਿਲ ਪ੍ਰਭੂ ਵੱਲ ਲਗਾਓ। ਅਸੀਂ ਆਪਣਾ ਦਿਲ ਪ੍ਰਭੂ ਵੱਲ ਲਗਾਉਂਦੇ ਹਾਂ। ਅਸੀਂ ਆਪਣੇ ਪ੍ਰਭੂ ਖੁਦਾ ਦਾ ਧੰਨਵਾਦ ਕਰੀਏ। ਇਹ ਸਹੀ ਅਤੇ ਯੋਗ ਹੈ। ਐ ਪ੍ਰਭੂ ਪਵਿੱਤਰ ਬਾਪ, ਪੂਰੀ ਕੁਦਰਤ ਵਾਲੇ ਤੇ ਅਕਾਲ ਖੁਦਾ, ਇਹ ਸੱਚਮੁੱਚ ਸਹੀ ਅਤੇ ਯੋਗ ਹੈ, ਮੁਕਤੀ ਪਾਉਣ ਦਾ ਰਾਹ ਹੈ ਕਿ ਅਸੀਂ ਹਰ ਵੇਲੇ ਅਤੇ ਹਰ ਤਾਂ ਯਿਸੂ ਮਸੀਹ ਆਪਣੇ ਪ੍ਰਭੂ ਦੇ ਰਾਹੀਂ ਤੇਰਾ ਧੰਨਵਾਦ ਕਰੀਏ। ਫਸਲਾਂ ਦਾ ਇਹ ਮਹਾਂ ਸਮਾਂ ਤੇਰੇ ਵੱਲੋਂ ਤੇਰੇ ਪਰਿਵਾਰ ਨੂੰ ਦਿੱਤਾ ਖਾਸ ਤੋਹਫਾ ਹੈ, ਤਾਂ ਜੋ ਅਸੀਂ ਆਪਣੀ ਰੂਹ ਨੂੰ ਨਵਾਂ ਕਰੀਏ ਤੇ ਸਾਡੇ ਦਿਲਾਂ ਨੂੰ ਸ਼ੁੱਧ ਕਰਨ ਦੀ, ਸਰੀਰਕ ਵਾਸਨਾਵਾਂ ਉੱਤੇ ਕਾਬੂ ਪਾਉਣ ਦੀ ਅਤੇ ਆਜ਼ਾਦੀ ਨਾਲ ਤੇਰੀ ਸੇਵਾ ਕਰਨ ਦੀ ਸ਼ਕਤੀ ਸਾਨੂੰ ਦਿੰਦਾ ਹੈ। ਤੇ ਸਾਨੂੰ ਸਿਖਾਉਂਦਾ ਹੈ ਕਿ ਇਸ ਬਦਲਦੀ ਦੁਨੀਆ ਵਿੱਚ ਕਿਸ ਤਰ੍ਹਾਂ ਰਹਿਣਾ ਹੈ ਅਤੇ ਨਾ ਖਤਮ ਹੋਣ ਵਾਲੀ ਦੁਨੀਆ ਉੱਤੇ ਕਿਸ ਤਰ੍ਹਾਂ ਸਾਡੇ ਦਿਲਾਂ ਨੂੰ ਟਿਕਾਉਣਾ ਹੈ। ਇਸ ਲਈ ਹੁਣ ਅਸੀਂ ਸੰਤਾਂ ਅਤੇ ਫਰਿਸ਼ਤਿਆਂ ਨਾਲ ਮਿਲ ਕੇ ਤੇਰੀ ਮਹਿਮਾ ਗੀਤ ਗਾਉਂਦੇ ਹੋਏ ਇਹ ਐਲਾਨ ਕਰਦੇ ਹਾਂ। ਪਾਕ 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 ਲਸ਼ਕਰਾਂ ਦੇ ਪ੍ਰਭੂ ਖੁਦਾ, ਸਵਰਗ ਅਤੇ ਧਰਤੀ ਤੇਰੇ ਜਲਾਲ ਨਾਲ ਭਰਪੂਰ ਹਨ। ਉਚਾਈਆਂ ਵਿੱਚ ਹੋਸਨਾ, ਮੁਬਾਰਕ ਹੈ ਉਹ ਜੋ ਪ੍ਰਭੂ ਦੇ ਨਾਮ ਉੱਤੇ ਆਉਂਦਾ ਹੈ। ਉਚਾਈਆਂ ਵਿੱਚ ਹੋਸਨਾ। ਐ ਪ੍ਰਭੂ ਤੂੰ ਸੱਚਮੁੱਚ ਪਵਿੱਤਰ ਹੈ ਅਤੇ ਸਭ ਪਵਿੱਤਰਤਾ ਦਾ ਸੋਮਾ ਹੈ। ਇਸ ਲਈ ਅਸੀਂ ਬੇਨਤੀ ਕਰਦੇ ਹਾਂ ਕਿ ਜਿਸ ਤਰ੍ਹਾਂ ਤਰੇਲ ਪੈਂਦੀ ਹੈ, ਉਸੇ ਤਰ੍ਹਾਂ ਤੂੰ ਆਪਣੇ ਰੂਹ ਪਾਕ ਨੂੰ ਭੇਜ ਕੇ ਇਹਨਾਂ ਨਜ਼ਾਰਿਆਂ ਨੂੰ ਪਵਿੱਤਰ ਕਰ, ਤਾਂ ਜੋ ਇਹ ਸਾਡੇ ਲਈ ਸਾਡੇ ਪ੍ਰਭੂ ਯਿਸੂ ਮਸੀਹ ਦਾ ਬਦਨ ਅਤੇ ਲਹੂ ਬਣ ਜਾਵੇ। ਉਸਨੇ ਆਪਣੀ ਮਰਜ਼ੀ ਨਾਲ ਆਪਣੇ ਆਪ ਨੂੰ ਦੁੱਖ ਤਸੀਆਂ ਲਈ ਸੌਂਪਦੇ ਹੋਏ ਰੋਟੀ ਲਈ ਧੰਨਵਾਦ ਕਰਦਿਆਂ ਰੋਟੀ ਤੋੜੀ ਅਤੇ ਆਪਣੇ ਚੇਲਿਆਂ ਨੂੰ ਦਿੱਤੀ, ਇਹ ਕਹਿੰਦੇ ਹੋਏ, ਤੁਸੀਂ ਸਾਰੇ ਇਹ ਲਵੋ ਅਤੇ ਇਸ ਵਿੱਚੋਂ ਖਾਵੋ, ਕਿਉਂ ਜੋ ਇਹ ਮੇਰਾ ਬਦਨ ਹੈ ਜਿਹੜਾ ਤੁਹਾਡੇ ਲਈ ਕੁਰਬਾਨ ਕੀਤਾ ਜਾਵੇਗਾ। ਇਸੇ ਤਰ੍ਹਾਂ ਭੋਜਨ ਕਰਨ ਤੋਂ ਬਾਅਦ ਉਸਨੇ ਪਿਆਲਾ ਲਿਆ। ਇੱਕ ਵਾਰ ਫਿਰ ਤੇਰਾ ਧੰਨਵਾਦ ਕਰਦਿਆਂ ਪਿਆਲਾ ਆਪਣੇ ਚੇਲਿਆਂ ਨੂੰ ਦਿੱਤਾ, ਇਹ ਕਹਿੰਦੀ ਹੋਈ, ਤੁਸੀਂ ਸਾਰੇ ਇਹ ਲਵੋ ਅਤੇ ਇਸ ਵਿੱਚੋਂ ਪੀਓ, ਕਿਉਂ ਜੋ ਇਹ ਮੇਰੇ ਲਹੂ ਦਾ ਪਿਆਲਾ ਹੈ, ਨਵੇਂ ਅਤੇ ਸਤੀਵੀ ਨੇਮ ਦਾ ਲਹੂ, ਜੋ ਤੁਹਾਡੇ ਅਤੇ ਬਹੁਤਿਆਂ ਵਾਸਤੇ ਗੁਨਾਹਾਂ ਦੀ ਮਾਫੀ ਲਈ ਵਹਾਇਆ ਜਾਵੇਗਾ। ਮੇਰੀ ਯਾਦ ਵਿੱਚ ਇਹ ਕਰਿਆ ਕਰੋ। ਈਮਾਨ ਦਾ ਭੇਦ। ਐ ਪ੍ਰਭੂ, ਅਸੀਂ ਤੇਰੀ ਮੌਤ ਦਾ ਐਲਾਨ ਕਰਦੇ ਹਾਂ ਅਤੇ ਤੇਰੇ ਜੀ ਉੱਠਣ ਦੀ ਮੁਨਾਦੀ ਕਰਦੇ ਹਾਂ ਜਦ ਤੱਕ ਤੂੰ ਫਿਰ ਆਵੇਗਾ। ਐ ਪ੍ਰਭੂ, ਅਸੀਂ ਯਿਸੂ ਦੀ ਮੌਤ ਅਤੇ ਉਹਦੇ ਜੀ ਉੱਠਣ ਦੀ ਯਾਦਗਾਰੀ ਨੂੰ ਮਨਾਉਂਦੇ ਹੋਏ ਤੈਨੂੰ ਇਹ ਜੀਵਨ ਦੀ ਰੋਟੀ ਅਤੇ ਮੁਕਤੀ ਦਾ ਪਿਆਲਾ ਚਲਾਉਂਦੇ ਹਾਂ। ਅਸੀਂ ਤੇਰਾ ਧੰਨਵਾਦ ਕਰਦੇ ਹਾਂ ਕਿਉਂ ਜੋ ਤੂੰ ਸਾਨੂੰ ਇਸ ਯੋਗ ਠਹਿਰਾਇਆ ਕਿ ਅਸੀਂ ਤੇਰੀ ਹਜ਼ੂਰੀ ਵਿੱਚ ਦਾਖਲ ਹੋ ਕੇ ਤੇਰੀ ਸੇਵਾ ਕਰੀਏ। ਅਸੀਂ ਹਲੀਮੀ ਨਾਲ ਦੁਆ ਕਰਦੇ ਹਾਂ ਕਿ ਮਸੀਹ ਦੇ ਬਦਨ ਅਤੇ ਲਹੂ ਵਿੱਚ ਹਿੱਸਾ ਲੈਣ ਦੁਆਰਾ ਅਸੀਂ ਰੂਹ ਪਾਕ ਦੇ ਰਾਹੀਂ ਏਕਤਾ ਵਿੱਚ ਬੱਝੇ ਰਹੀਏ। ਐ ਪ੍ਰਭੂ, ਸਾਰੀ ਧਰਤੀ ਉੱਤੇ ਫੈਲੀ ਹੋਈ ਆਪਣੀ ਕਲੀਸਿਆ ਨੂੰ ਯਾਦ ਕਰ ਅਤੇ ਉਸ ਨੂੰ ਸਾਡੇ ਸੰਤ ਪਾਪਾ ਫ੍ਰਾਂਸਿਸ, ਸਾਡੇ ਵਿਸ਼ਵਾ ਫ੍ਰੈਂਕੋ ਤੇ ਇਗਨੈਲੋ, ਸਾਰੇ ਪ੍ਰੋਹਤਾਂ, ਧਾਰਮਿਕ ਸਿਸਟਰਾਂ ਤੇ ਸਭ ਵਿਸ਼ਵਾਸੀ ਲੋਕਾਂ ਨਾਲ ਪਿਆਰ ਦੇ ਸੰਪੂਰਨਤਾ ਵਿੱਚ ਕਾਇਮ ਰੱਖ। ਸਾਡੇ ਭੈਣਾਂ ਭਰਾ ਨੂੰ ਵੀ ਯਾਦ ਕਰ ਜਿਹੜੇ ਜੀ ਉੱਠਣ ਦੀ ਉਮੀਦ ਨਾਲ ਸੌਂ ਗਏ ਹਨ ਅਤੇ ਉਹਨਾਂ ਸਾਰਿਆਂ ਨੂੰ ਵੀ ਜੋ ਤੇ ਰਹਿਮ ਵਿੱਚ ਮਰ ਗਏ ਹਨ।
ਇਹਨਾਂ ਦਾ ਤੂੰ ਆਪਣੀ ਹਜ਼ੂਰੀ ਦੇ ਚਾਨਣ ਵਿੱਚ ਸਵਾਗਤ ਕਰ। ਐ ਪ੍ਰਭੂ, ਅਸੀਂ ਬੇਨਤੀ ਕਰਦੇ ਹਾਂ ਕਿ ਸਾਡੇ ਸਾਰਿਆਂ ਉੱਤੇ ਦਇਆ ਕਰ, ਤਾਂ ਜੋ ਮੁਕੱਦਸ ਕੁਆਰੀ ਮਰੀਮ ਖੁਦਾ ਦੀ ਮਾਂ ਦੇ ਨਾਲ, ਉਸੇ ਕੁਆਰੀ ਦੇ ਮੁਬਾਰਕ ਵਸਨ ਯੂਸਫ ਦੇ ਨਾਲ, ਧੰਨ ਰਸੂਲਾਂ ਤੇ ਸਾਰੇ ਸੰਤਾਂ ਨਾਲ, ਜਿਨ੍ਹਾਂ ਨੇ ਸਾਰੇ ਯੁੱਗਾਂ ਵਿੱਚ ਤੈਨੂੰ ਖੁਸ਼ ਕੀਤਾ ਹੈ, ਅਸੀਂ ਇਸ ਤੀਵੀ ਜੀਵਨ ਦੇ ਵਾਰਸ ਹੋਣ ਦੇ ਹੱਕਦਾਰ ਬਣ ਜਾਵਾਂਗੇ ਅਤੇ ਤੇਰੇ ਬੇਟੇ ਯਿਸੂ ਮਸੀਹ ਦੇ ਰਾਹੀਂ ਤੇਰੀ ਵਡਿਆਈ ਅਤੇ ਉਸਤਤ ਕਰਾਂਗੇ। ਉਸ ਦੇ ਰਾਹੀਂ ਤੇ ਉਸ ਦੇ ਨਾਲ ਤੇ ਉਸ ਦੇ ਵਿੱਚ, ਐ ਖੁਦਾ ਪੂਰੇ ਕੁਦਰਤ ਵਾਲੇ ਬਾਪ, ਰੂਹ ਪਾਕ ਦੀ ਏਕਤਾ ਵਿੱਚ ਸਭ ਦਲਾਲ ਅਤੇ ਵਡਿਆਈ ਤੇਰੀ ਹੀ ਹੈ, ਸਦਾ ਤੋਂ ਸਦਾ ਤੀਕ। ਆਮੀਨ। ਆਓ ਅਸੀਂ ਖੁਦਾ ਦਾ ਰਾਜ ਸਾਡੇ ਵਿੱਚ ਆਉਣ ਲਈ ਉਹੀ ਪ੍ਰਾਰਥਨਾ ਦੁਹਰਾਈਏ ਜੋ ਪ੍ਰਭੂ ਯਿਸੂ ਮਸੀਹ ਨੇ ਸਾਨੂੰ ਸਿਖਾਈ ਹੈ। ਐ ਸਾਡੇ ਬਾਪ, ਜਿਹੜਾ ਤੂੰ ਅਸਮਾਨ ਉਤੇ ਹੈ, ਤੇਰਾ ਨਾਮ ਪਾਕ ਮੰਨਿਆ ਜਾਵੇ, ਤੇਰਾ ਰਾਜ ਆਵੇ, ਤੇਰੀ ਮਰਜ਼ੀ ਜਿਸ ਤਰ੍ਹਾਂ ਅਸਮਾਨ ਉਤੇ ਪੂਰੀ ਹੁੰਦੀ ਹੈ, ਜ਼ਮੀਨ ਉਤੇ ਵੀ ਹੋਵੇ। ਸਾਡੀ ਰੋਜ਼ ਦੀ ਰੋਟੀ ਅੱਜ ਸਾਨੂੰ ਦੇ, ਸਾਡੇ ਕਸੂਰ ਸਾਨੂੰ ਮਾਫ ਕਰ, ਜਿਸ ਤਰ੍ਹਾਂ ਅਸੀਂ ਆਪਣੇ ਕਸੂਰਵਾਰਾਂ ਨੂੰ ਮਾਫ ਕਰਦੇ ਹਾਂ। ਸਾਨੂੰ ਅਜ਼ਮਾਇਸ਼ ਵਿੱਚ ਨਾ ਪਾ, ਸਗੋਂ ਬੁਰਾਈ ਤੋਂ ਬਚਾ। ਐ ਪ੍ਰਭੂ, ਅਸੀਂ ਪ੍ਰਾਰਥਨਾ ਕਰਦੇ ਹਾਂ, ਸਭ ਬੁਰਾਈਆਂ ਤੋਂ ਸਾਨੂੰ ਬਚਾ। ਆਪਣੀ ਰਹਿਮ ਨਾਲ ਸਾਡੇ ਦਿਨਾਂ ਵਿੱਚ ਸ਼ਾਂਤੀ ਦੇ, ਤਾਂ ਜੋ ਤੇਰੀ ਦਇਆ ਦੀ ਮਦਦ ਨਾਲ ਅਸੀਂ ਹਮੇਸ਼ਾ ਗੁਨਾਹਾਂ ਤੋਂ ਮੁਕਤ ਰਹੀਏ ਅਤੇ ਹਰ ਮੁਸੀਬਤ ਤੋਂ ਸੁਰੱਖਿਅਤ ਰਹੀਏ। ਜਿਵੇਂ ਮੁਬਾਰਕ ਮੀਂਹ ਦਗਦੇ ਹੋਏ ਅਸੀਂ ਯਿਸੂ ਮਸੀਹ ਸਾਡੇ ਮੁਕਤੀ ਦਾਤੇ ਦੇ ਆਉਣ ਦੀ ਉਡੀਕ ਕਰਦੇ ਹਾਂ, ਕਿਉਂ ਜੋ ਰਾਜ, ਕੁਦਰਤ ਅਤੇ ਜਲਾਲ ਯੁਗੋ ਯੁਗ ਤੇਰਾ ਹੀ ਹੈ। ਐ ਪ੍ਰਭੂ ਯਿਸੂ ਮਸੀਹ, ਤੂੰ ਆਪਣੇ ਰਸੂਲਾਂ ਨੂੰ ਆਖਿਆ, ਮੈਂ ਤੁਹਾਨੂੰ ਸ਼ਾਂਤੀ ਦਿੰਦਾ ਹਾਂ, ਆਪਣੀ ਸ਼ਾਂਤੀ ਮੈਂ ਤੁਹਾਨੂੰ ਪ੍ਰਦਾਨ ਕਰਦਾ ਹਾਂ। ਤੂੰ ਸਾਡੇ ਗੁਨਾਹਾਂ ਨੂੰ ਨਹੀਂ, ਸਗੋਂ ਆਪਣੀ ਕਲੀਸਿਆ ਦੇ ਈਮਾਨ ਨੂੰ ਵੇਖ ਅਤੇ ਉਸ ਤੋਂ ਆਪਣੀ ਮਰਜ਼ੀ ਮੁਤਾਬਕ ਸ਼ਾਂਤੀ ਅਤੇ ਏਕਤਾ ਪ੍ਰਦਾਨ ਕਰ। ਤੂੰ ਜੋ ਜਿਉਂਦਾ ਤੇ ਰਾਜ ਕਰਦਾ ਹੈ, ਸਦਾ ਤੋਂ ਸਦਾ ਤੀਕ। ਆਮੀਨ। ਪ੍ਰਭੂ ਦੀ ਸ਼ਾਂਤੀ ਸਦਾ ਤੁਹਾਡੇ ਨਾਲ ਹੋਵੇ ਅਤੇ ਤੁਹਾਡੀ ਰੂਹ ਨਾਲ ਵੀ ਹੋਵੇ। ਅਸੀਂ ਆਪਸ ਵਿੱਚ ਸ਼ਾਂਤੀ ਦਾ ਸਲਾਮ ਦਈਏ। ਐ ਲੀਲੇ ਖੁਦਾ ਦੇ, ਤੂੰ ਜਿਹੜਾ ਦੁਨੀਆ ਦੇ ਗੁਨਾਹ ਚੁੱਕ ਲੈਂਦਾ ਹੈ, ਸਾਡੇ ਉੱਤੇ ਦਇਆ ਕਰ। ਐ ਲੀਲੇ ਖੁਦਾ ਦੇ, ਤੂੰ ਜਿਹੜਾ ਦੁਨੀਆ ਦੇ ਗੁਨਾਹ ਚੁੱਕ ਲੈਂਦਾ ਹੈ, ਸਾਡੇ ਉੱਤੇ ਦਇਆ ਕਰ। ਐ ਲੀਲੇ ਖੁਦਾ ਦੇ, ਤੂੰ ਜਿਹੜਾ ਦੁਨੀਆ ਦੇ ਗੁਨਾਹ ਚੁੱਕ ਲੈਂਦਾ ਹੈ, ਸਾਨੂੰ ਸ਼ਾਂਤੀ ਦੇ। ਵੇਖੋ ਖੁਦਾ ਦਾ ਲੀਲਾ ਪ੍ਰਭੂ ਯਿਸੂ ਮਸੀਹ, ਇਹਨੂੰ ਵੇਖੋ ਜਿਹੜਾ ਦੁਨੀਆ ਦੇ ਗੁਨਾਹ ਚੁੱਕ ਲੈ ਜਾਂਦਾ ਹੈ। ਧੰਨ ਹਨ ਉਹ ਜਿਹੜੇ ਲੀਲੇ ਦੇ ਭੋਜ ਲਈ ਸੱਦੇ ਗਏ ਹਨ। ਐ ਪ੍ਰਭੂ, ਮੈਂ ਇਸ ਯੋਗ ਤਾਂ ਨਹੀਂ ਹਾਂ ਕਿ ਤੂੰ ਮੇਰੀ ਛੱਤ ਥੱਲੇ ਆਵੇਂ, ਪਰ ਇੱਕ ਹੀ ਸ਼ਬਦ ਆਖ ਅਤੇ ਮੇਰੀ ਰੂਹ ਚੰਗੀ ਹੋ ਜਾਵੇਗੀ। प्यारे यीशु ने होया सादे ते मेहरबान, कीता रहम प्यारे यीशु ने होया सादे ते मेहरबान। उदी रहमत दी मेहरबानी दा मैं दसा खोल बिया, रहमत दी मेहरबानी दा मैं दसा खोल बिया।
पाई। लई उस चुका खुदाई, वटाई है बेद इलाही, ओदी रहमत दा है निशान। वटाई है बेद इलाही, ओदी रहमत दा है निशान। किता रहम प्यारे यीशु ने होया साडे ते मेहरबान। ओदी रहमत ते मेहरबानी दा मैं दसां खोल बयान। ओदी रहमत ते मेहरबानी दा मैं दसां खोल बयान। ਅਸੀਂ ਪ੍ਰਾਰਥਨਾ ਕਰੀਏ। ਐ ਖੁਦਾ, ਤੂੰ ਆਪਣੇ ਸਾਕਰਾਮੈਂਟ ਨਾਲ ਹਮੇਸ਼ਾ ਸਾਡਾ ਪਾਲਣ ਪੋਸ਼ਣ ਕਰਦਾ ਹੈ। ਬਖਸ਼ ਦੇ ਕਿ ਜੋ ਖੁਰਾਕ ਤੂੰ ਸਾਨੂੰ ਦਿੰਦਾ ਹੈ ਉਹ ਸਾਡੇ ਲਈ ਸਦੀਵੀ ਜੀਵਨ ਲੈ ਕੇ ਆਵੇ। ਸਾਡੇ ਪ੍ਰਭੂ ਯਿਸੂ ਮਸੀਹ ਦੇ ਰਾਹੀਂ ਆਮੀਨ। ਪ੍ਰਭੂ ਤੁਹਾਡੇ ਨਾਲ ਹੋਵੇ ਅਤੇ ਤੁਹਾਡੀ ਰੂਹ ਨਾਲ ਵੀ ਹੋਵੇ। ਸਰਵਸ਼ਕਤੀਮਾਨ ਖੁਦਾ ਬਾਪ ਅਤੇ ਬੇਟਾ ਤੇ ਰੂਹ ਪਾਕ ਤੁਹਾਨੂੰ ਸਭ ਨੂੰ ਬਰਕਤ ਦੇਵੇ। ਆਮੀਨ। ਕੁਰਬਾਨੀ ਚੜਾਏਗੀ ਮਸੀਹ ਦੀ ਸ਼ਾਂਤੀ ਵਿੱਚ ਜਾਵੋ। ਖੁਦਾ ਦਾ ਸ਼ੁਕਰ ਹੋਵੇ। ਦੁਆ ਯਾਦ ਕਰ ਐ ਨਹਾਇਤ ਮਿਹਰਬਾਨ ਕੁਆਰੀ ਮਰੀਮ, ਪਰ ਕਦੇ ਨਹੀਂ ਸੁਣਿਆ ਗਿਆ ਕਿ ਕੋਈ ਵੀ ਤੇਰੀ ਪਨਾਹ ਲੱਭਦਿਆਂ, ਤੇਰੀ ਮਦਦ ਚਾਹੁੰਦਿਆਂ, ਤੇਰੀ ਸਿਫਾਰਿਸ਼ ਮੰਗਦਿਆਂ ਤੈਥੋਂ ਖਾਲੀ ਗਿਆ ਹੋਵੇ। ਐ ਕੁਆਰੀ ਕੁਆਰੀਆਂ ਦੀ ਅਤੇ ਮੇਰੀ ਮਾਂ, ਮੈਂ ਇਸ ਤਸੱਲੀ ਨਾਲ ਤੇਰੇ ਕੋਲ ਨੱਸੀ ਆਉਂਦੀ ਹਾਂ ਅਤੇ ਤੇਰੇ ਅੱਗੇ ਖਲੋ ਕੇ ਮੈਂ ਗੁਨਾਹੀ ਰੋਂਦਾ ਹਾਂ। ਐ ਦੇ ਤਾਰੇ ਹੋਏ ਕਲਾਮ ਦੀ ਮਾਂ, ਤੂੰ ਮੇਰੀ ਅਰਜ਼ਾਂ ਨੂੰ ਹਕੀਰ ਨਾ ਜਾਣ, ਸਗੋਂ ਮਿਹਰਬਾਨੀ ਨਾਲ ਸੁਣੀ ਅਤੇ ਕਬੂਲ ਕਰ। ਆਮੀਨ। ਮਾਂ ਮਰੀਮ ਸ਼ਾਂਤੀ ਦੀ ਰਾਣੀ, ਸਾਡੇ ਲਈ ਦੁਆ ਕਰ। रहेगा ना सदा तीकर मसीदा, रहेगा ना सदा तीकर मसीदा, रहेगा जब तलक सूरज रहेगा, रहेगा जब तलक सूरज रहेगा। उस तो